परम सत्कारयोग गुरु सवारी ते प्यारी सत संगत जियो। आओ जी फतेह दी सांझ करिए। वाहिगुरु जी का खालसा वाहिगुरु जी की फतेह। ਅੱਜ ਦੇ ਲੈਕਚਰ ਦਾ ਵਿਸ਼ਾ ਹੈ ਅਰਦਾਸ। ਅਰਦਾਸ ਗੁਰਮਤਿ ਮਾਰਗ ਤੇ ਗੁਰਮਤਿ ਭਗਤੀ ਦਾ ਇੱਕ ਬਹੁਤ ਅਹਿਮ ਅੰਗ ਹੈ। ਇਹ ਵਿਚਾਰਨ ਦੀ ਲੋੜ ਹੈ ਕਿ ਗੁਰਮਤਿ ਭਗਤੀ ਵਿੱਚ ਅਰਦਾਸ ਦਾ ਕੀ ਆਧਾਰ ਹੈ, ਪਰਮੇਸ਼ਰ ਅੱਗੇ ਅਰਦਾਸ ਕਿਉਂ ਕਰਨੀ ਹੈ ਅਤੇ ਕਿਸ ਤਰ੍ਹਾਂ ਕਰਨੀ ਹੈ, ਅਰਦਾਸ ਕਿੰਨੀ ਵਾਰ ਕੀਤੀ ਜਾਏ, ਕਿਹੜੀਆਂ ਕਿਹੜੀਆਂ ਮੰਗਾਂ ਵਾਸਤੇ ਅਰਦਾਸ ਕੀਤੀ ਜਾਵੇ। ਇਹ ਵੀ ਜਾਣਨ ਦੀ ਲੋੜ ਹੈ ਕਿ ਕਿਹੜੀ ਅਵਸਥਾ ਵਿੱਚ ਹਰ ਅਰਦਾਸ ਦੀ ਪੂਰਤੀ ਹੁੰਦੀ ਹੈ। ਸਤ ਸੰਗਤ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਅਤੇ ਪਰਮੇਸ਼ਰ ਇੱਕ ਹੀ ਹਨ। ਦਾਸ ਦੇ ਲੈਕਚਰਾਂ ਵਿੱਚ ਪਰਮੇਸ਼ਰ ਦੇ ਸ਼ਬਦ ਤੋਂ ਮੁਰਾਦ ਹੈ ਗੁਰੂ ਅਤੇ ਪਰਮੇਸ਼ਰ। ਗੁਰਮਤਿ ਭਗਤੀ ਵਿੱਚ ਅਰਦਾਸ ਦਾ ਆਧਾਰ। ਇਹ ਜਾਣਨ ਦੀ ਲੋੜ ਹੈ ਕਿ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਿਉਂ ਕਰਨੀ ਚਾਹੀਦੀ ਹੈ, ਜਾਂ ਇਹ ਕਹਿ ਲਓ ਕਿ ਅਰਦਾਸ ਦਾ ਕੀ ਆਧਾਰ ਹੈ। ਇਸ ਸੰਬੰਧ ਵਿੱਚ ਅਹਿਮ ਨੁਕਤੇ ਵਰਣਨ ਕੀਤੇ ਜਾਂਦੇ ਹਨ। ਪਹਿਲਾ ਨੁਕਤਾ ਹੈ, ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਸਭ ਪਰਮੇਸ਼ਰ ਦੇ ਹੱਥ ਤੇ ਵੱਸ 'ਚ ਹੈ। ਇਸ ਵਾਸਤੇ ਪਰਮੇਸ਼ਰ ਅੱਗੇ ਹੀ ਅਰਦਾਸ ਕਰਨੀ ਬਣਦੀ ਹੈ। ਦੂਸਰਾ ਨੁਕਤਾ, ਪਰਮੇਸ਼ਰ ਸਭ ਦਾ ਮਾਤਾ ਪਿਤਾ ਹੈ ਅਤੇ ਸਭ ਦਾ ਦੋਸਤ ਹੈ। ਉਹ ਸਾਰਿਆਂ ਨਾਲ ਪਿਆਰ ਕਰਦਾ ਹੈ। ਤੀਜਾ ਨੁਕਤਾ, ਕੇਵਲ ਪਰਮੇਸ਼ਰ ਹੀ ਸਭ ਦਾ ਦਾਤਾ ਹੈ ਅਤੇ ਬਾਕੀ ਸਭ ਉਸਦੇ ਘਰ ਵਿੱਚ ਮੰਗਤੇ ਹਨ। ਉਸਦੇ ਘਰ ਵਿੱਚ ਦਾਤਾਂ ਦੀ ਕਦੇ ਘਾਟ ਨਹੀਂ ਆਉਂਦੀ ਹੈ। ਜਦ ਦਾਤਾ ਇੱਕ ਹੀ ਹੈ, ਉਸਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਲਾਭਕਾਰੀ ਹੋ ਸਕਦੀ ਹੈ। ਕਿਸੇ ਹੋਰ ਅੱਗੇ ਅਰਦਾਸ ਕਰਨੀ ਖੁਆਰ ਹੋਣ ਵਾਲੀ ਗੱਲ ਹੈ। ਪ੍ਰਮਾਣ, ਹਰ ਏਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ, ਤਾਂ ਲਾਜ ਮਰਾਈਐ। ਅਗਲਾ ਨੁਕਤਾ, ਪਰਮੇਸ਼ਰ ਸਦਾ 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 ਦਿਆਲ ਹੈ। ਪ੍ਰਮਾਣ, ਸਦਾ 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 ਦਿਆਲ। ਅਗਲਾ ਨੁਕਤਾ, ਇਹ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ਰ ਅੱਗੇ ਹੁਕਮ ਨਹੀਂ ਚੱਲ ਸਕਦਾ। ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੀ ਬਣਦੀ ਹੈ। ਪ੍ਰਮਾਣ, ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ, ਨਾਨਕ ਸਿਫਤ ਵਿਗਾਸ। ਅਰਦਾਸ ਦਾ ਦੂਜਾ ਪੱਖ ਹੈ, ਅਰਦਾਸ ਕਿਸ ਤਰ੍ਹਾਂ ਕਰਨੀ ਹੈ। ਪਹਿਲਾ ਨੁਕਤਾ, ਅਰਦਾਸ ਖੜੇ ਹੋ ਕੇ ਕਰਨੀ ਹੈ। ਪ੍ਰਮਾਣ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ। ਤਿਸੈ ਅੱਗੇ ਨਾਨਕਾ, ਖਲੇ ਕੀਚੈ ਅਰਦਾਸ। ਦੋਨੋਂ ਹੱਥ ਜੋੜ ਕੇ ਅਰਦਾਸ ਕਰਨੀ ਹੈ। ਪ੍ਰਮਾਣ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਆਪਾ ਗਵਾ ਕੇ, ਨਿਮਾਣੇ ਹੋ ਕੇ, ਨਿਮਰਤਾ ਸਹਿਤ ਅਰਦਾਸ ਕਰਨੀ ਚਾਹੀਦੀ ਹੈ। ਅਗਲਾ ਨੁਕਤਾ, ਅਰਦਾਸ ਕਰਨ ਵੇਲੇ ਐਸੇ ਸ਼ਬਦ ਦੀ ਚੋਣ ਕਰ ਲਈ ਜਾਵੇ ਜਿਸ ਵਿੱਚ ਪ੍ਰਭੂ ਦੀ ਸਿਫਤ ਤੇ ਅਰਦਾਸ ਹੋਵੇ। ਉਦਾਹਰਨ ਦੇ ਤੌਰ ਤੇ ਦੋ ਸ਼ਬਦ ਸਤਿਕਾਰਯੋਗ ਸੰਗਤ ਨਾਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਏ ਸਮਰੱਥ ਅਗੰਮ ਪੂਰਨ, ਮੋਹਿ ਮਿਆ ਧਾਰ। ਅੰਧਕੂਪ ਮਾ ਪਿਆਨ,
नानक पार उतार। अगला फरमान। हे प्राणनाथ गोबिंदे, कृपा निधान जगत गुरो। हे शरण जोग दयालय, दीनानाथ मैं करो। शरीर स्वस्थ खीर समय सिमरंत, नानक राम दामोदर माधव। ਤੀਜਾ ਪੱਖ ਹੈ ਕਿ ਅਰਦਾਸ ਕਰਨੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਸਿਨਮਰ ਬੇਨਤੀ ਹੈ ਕਿ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਪ੍ਰਮਾਣ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਅਰਦਾਸ ਦਾ ਚੌਥਾ ਪੱਖ ਹੈ ਕਿ ਅਰਦਾਸ ਕਿੰਨੀ ਵਾਰ ਕਰਨੀ ਚਾਹੀਦੀ ਹੈ। ਅਗਰ ਅਰਦਾਸ ਦੀ ਪੂਰਤੀ ਦਾ ਹਿਰਦੇ ਵਿੱਚ ਭਰੋਸਾ ਹੈ ਤਾਂ ਇੱਕ ਅਰਦਾਸ ਹੀ ਕਾਫੀ ਹੈ। ਪ੍ਰਮਾਣ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਗਲਾ ਫਰਮਾਨ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਤੀਜਾ ਫਰਮਾਨ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਬੇਨਤੀ ਹੈ ਕਿ ਇਹੋ ਜਿਹਾ ਭਰੋਸਾ ਕਿਸੇ ਵਿਰਲੇ ਮਨੁੱਖ ਵਿੱਚ ਹੀ ਹੁੰਦਾ ਹੈ। ਸਾਧਾਰਨ ਵਿਅਕਤੀ ਨੂੰ ਦੁੱਖ ਤੇ ਵਿਪਤਾ ਦੀ ਨਿਵਰਤੀ ਜਾਂ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਕਰਦੇ ਹੀ ਰਹਿਣਾ ਚਾਹੀਦਾ ਹੈ, ਜਿੰਨੀ ਦੇਰ ਤੱਕ ਅਰਦਾਸ ਦੀ ਪੂਰਤੀ ਨਹੀਂ ਹੋ ਜਾਂਦੀ। ਸਤਿਗੁਰੂ ਜੀ ਦਾ ਹੁਕਮ ਹੈ ਕਿ ਹਰ ਰੋਜ਼ ਅਰਦਾਸ ਕਰੋ। ਪ੍ਰਮਾਣ। ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ। ਸਭ ਤੁਧੈ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਬੇਨਤੀ ਹੈ ਕਿ ਇਹ ਸਮਝਣ ਦੀ ਲੋੜ ਹੈ ਕਿ ਅਰਦਾਸ ਕਿਉਂ ਕਰਦੇ ਰਹਿਣਾ ਚਾਹੀਦਾ ਹੈ। ਵਿਪਤਾ ਸਮੇਂ ਜਾਂ ਕਾਰਜ ਦੀ ਪੂਰਤੀ ਵਾਸਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਇਹ ਇਸ ਵਾਸਤੇ ਕਰਨ ਦੀ ਲੋੜ ਹੈ ਕਿ ਅਰਦਾਸ ਕਰਨ ਵੇਲੇ ਪਰਮੇਸ਼ਰ ਦੀ ਸ਼ਰਨ ਵਿੱਚ ਆਈਦਾ ਹੈ। ਅਰਦਾਸ ਵਿੱਚ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਹੁੰਦਾ ਹੈ। ਵਿਪਤਾ ਕਰਕੇ ਜਾਂ ਇੱਛਾ ਦੀ ਪੂਰਤੀ ਵਾਸਤੇ ਅਰਦਾਸ ਕਰਨ ਵੇਲੇ ਮਨ ਦੀ ਇਕਾਗਰਤਾ ਆਸਾਨੀ ਨਾਲ ਬਣ ਜਾਂਦੀ ਹੈ। ਜੇ ਬੇਵੱਸੀ ਦੀ ਹਾਲਤ ਹੋ ਜਾਵੇ, ਅਰਦਾਸ ਹਿਰਦੇ ਵਿੱਚੋਂ ਕਈ ਵਾਰ ਆਪਣੇ ਆਪ ਹੋ ਜਾਂਦੀ ਹੈ, ਜੋ ਅਵਸ਼ ਹੀ ਪੂਰੀ ਹੁੰਦੀ ਹੈ। ਅਰਦਾਸ ਕਰਦੇ ਰਹਿਣ ਨਾਲ ਸ਼ਰਨ ਦੀ ਪ੍ਰਾਪਤੀ ਤੇ ਸਿਮਰਨ ਹੋ ਜਾਂਦਾ ਹੈ। ਇਸ ਵਾਸਤੇ ਅਰਦਾਸ ਰਾਹੀਂ ਪਰਮੇਸ਼ਰ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੀ। ਬੇਨਤੀ ਹੈ ਕਿ ਇਹ ਪ੍ਰਸ਼ਨ ਵੀ ਵਿਚਾਰਨ ਦੀ ਲੋੜ ਹੈ ਕਿ ਅਰਦਾਸ ਕਿਹੜੀਆਂ ਮੰਗਾਂ ਵਾਸਤੇ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਦੇ ਫਰਮਾਨ ਅਨੁਸਾਰ ਸਾਰੀਆਂ ਮੰਗਾਂ ਵਾਸਤੇ ਅਰਦਾਸ ਕੀਤੀ ਜਾ ਸਕਦੀ ਹੈ। ਫਰਮਾਨ। ਮੰਗੋ ਰਾਮ ਤੇ ਸਭ ਥੋਕ, ਮਾਨੁਖ ਕੋ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ। ਰਹਾਉ। ਅਗਲਾ ਫਰਮਾਨ। ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਰਾਓ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇ,
मुक्त जुगत भुगत पूर्ण परमानंद परम निधान। पाए पाए भगत निहाल नानक सदा सदा कुर्बान। इस संबंध ਵਿੱਚ ਭਗਤ ਧੰਨਾ जी ਦੇ ਅੰਮ੍ਰਿਤਮਈ ਸ਼ਬਦ ਤੋਂ ਅਗਵਾਈ ਮਿਲ ਜਾਂਦੀ ਹੈ। ਪ੍ਰਮਾਣ जो जन तुमरी भगत करंते तिनके काज सवारता। रहाओ दाल सीधा मांगो कियो हमरा खुशी करे नित जियो। पनिया साधन नीका अनाज मंगो सत सीका। गऊ पैस मंगो लावेरी इक ताजन तुरी चंगेरी। कर की गीहण चंगी धन धन्ना लेवै मंगी। बेनती है कि सतगुरु जी के उपदेश अनुसार सब कुछ मंगया जा सकता है, परंतु सतगुरु जी ने अपने प्यारे सिखा नूं चौकन्निया करदिਆਂ समझाया है कि सब तो उत्तम मंग है जिस वास्ते अरदास करनी चाहिए, वो मंग है भगती दी, नाम दी ते शरण दी। इस संबंध ਵਿੱਚ कुछ फरमान साझे ਕੀਤੇ ਜਾਂਦੇ ਹਨ। फरमान विन तुद हो जे मंगना सिर दुखां कै दुख। दे नाम संतोखिया उतरै मन की भुख। अगला फरमान मांगना मांगन नीका हर जस गुर ते मांगना। तीजा फरमान हम अवगुण भरे एक गुण नाही अमृत छोड़ बिकै बिख खाई। माया मोह परम पै भूले सुत दारा सो प्रीत लगाई। एक उत्तम पंथ सुनियो गुर संगत ते मिलंत जम त्रास मिटाई। एक अरदास पाठ कीरत की गुरु रामदास राखो सरनाई। ਗੁਰਬਾਣੀ ਨਾਲ ਜੁੜੀ ਹੋਈ ਸੰਗਤ ਦੀ ਹਾਜ਼ਰੀ ਵਿੱਚ ਅਰਦਾਸ ਕਰਵਾਉਣੀ ਜ਼ਿਆਦਾ ਲਾਭਕਾਰੀ ਹੁੰਦੀ ਹੈ। ਅਗਰ ਇਹ ਸਥਿਤੀ ਨਹੀਂ ਹੈ, ਗੁਰਬਾਣੀ ਨਾਲ ਜੁੜੇ ਹੋਏ ਸਤ ਸੰਗੀ ਨੂੰ ਆਪ ਹੀ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ। ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਅਰਦਾਸ ਵਾਲੇ ਸ਼ਬਦ ਦਾ 5-7 ਵਾਰੀ ਜਾਪ ਜਾਂ ਗਾਇਨ ਕਰਨਾ ਲਾਭਕਾਰੀ ਹੋਵੇਗਾ। ਅਗਲਾ ਪੱਖ ਹੈ, ਉਹ ਕਿਹੜੀ ਅਵਸਥਾ ਹੈ ਜਦੋਂ ਪਰਮੇਸ਼ਰ ਹਰ ਮੰਗ ਪੂਰੀ ਕਰਦਾ ਹੈ। ਅਗਰ ਨਾਮ ਮਨ, ਸਰੀਰ, ਮੂੰਹ ਅਤੇ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਉਸ ਗੁਰਮੁਖ ਦੇ ਹਰ ਬਚਨ ਦੀ ਪੂਰਤੀ ਪਰਮੇਸ਼ਰ ਕਰਦਾ ਹੈ। ਉਸ ਦੀ ਕੋਈ ਵੀ ਅਰਦਾਸ ਵਿਅਰਥ ਨਹੀਂ ਜਾਂਦੀ ਹੈ। ਪ੍ਰਮਾਣ ਮਨ ਤਨ ਮੁਖ ਹੀਐ ਬਸੈ ਜੋ ਚਾਹੋ ਸੋ ਹੋਏ। ਮਨ ਤਨ ਮੁਖ ਹੀਐ ਬਸੈ ਜੋ ਚਾਹੋ ਸੋ ਹੋਏ। ਅਗਲਾ ਫਰਮਾਨ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ ਸੱਚ ਹੋਵੇ। ਅੰਤ ਵਿੱਚ ਗੁਰੂ ਪਿਆਰੀ ਸਤਸੰਗਤ ਜੀ ਤੋਂ ਭੁੱਲ ਚੁੱਕ ਦੀ ਖਿਮਾ ਮੰਗਦਾ ਹੋਇਆ ਦਾਸ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਸਾਡੇ ਨਿਮਾਣਿਆਂ ਦੇ ਗੁਣ ਔਗਣ ਨਾ ਵਿਚਾਰੇ ਜਾਣ ਅਤੇ ਮਿਹਰ ਕਰਕੇ ਨਿਆਸਰਿਆਂ ਨੂੰ ਭਗਤੀ ਦਾਨ ਦਿੱਤਾ ਜਾਵੇ। ਫਰਮਾਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तोपै स्वामी माटी का क्या तोपै स्वामी
ਮਾਨਸ ਦੀ ਗਤੇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁਖ ਨ ਵਿਆਪੈ ਕੋਈ। ਗੁਰੂ ਪਿਆਰੀ ਸਤ ਸੰਗਤ ਜੀ ਵੱਲੋਂ ਅਰਦਾਸ ਹੈ। ਅਤੀ ਪਿਆਰੇ ਅਤੇ ਕਿਰਪਾ ਨਿਧਾਨ ਸਤਿਗੁਰੂ ਜੀਓ, ਸਾਰਾ ਸੰਸਾਰ ਜਲ ਰਿਹਾ ਹੈ, ਸਭ ਦੀ ਰੱਖਿਆ ਕਰੋ, ਸਭ ਦੀ ਰੱਖਿਆ ਕਰੋ। ਫਰਮਾਨ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ, ਤਿਤੈ ਲਹਿਓ ਉਬਾਰ। ਜਿਤ ਦੁਆਰੈ ਉਬਰੈ, ਤਿਤੈ ਲਹਿਓ ਉਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।